ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਆਪਣੇ ਚੈਨਲ ਕੈਰੀਅਰ ਐਂਡ ਇਨਫੋ ਦੇ ਵਿੱਚ। ਤੇ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਪੋਲੀਟੀਕਲ ਇਸ਼ੂ ਦੇ ਬਹੁਤ ਹੀ ਇੰਪੋਰਟੈਂਟ ਕੁਐਸਚਨ ਅੱਜ ਦੀ ਇਸ ਵੀਡੀਓ ਵਿੱਚ ਡਿਸਕਸ ਕਰਾਂਗੇ, ਜੋ ਕਿ ਤੁਹਾਡੇ ਆਉਣ ਵਾਲੇ ਪੇਪਰਾਂ ਵਿੱਚ ਕਿਸੇ ਵੀ ਤਿਆਰੀ ਕਰ ਰਹੇ ਹੋ P++ ਦੇ, ਉਸ ਵਾਸਤੇ बहुत ही इंपोर्टेंट ਤੇ ਹੈਲਪਫੁਲ ਹੋਣ ਵਾਲੇ ਹੈ। ठीक है, सो वीडियो ਤੁਸੀਂ ਅੰਤ तक जरूर बने रहना है। तो जो भी चैनल ਤੇ पहली बार विजिट कर रहे हैं मेक श्योर करिए चैनल ਨੂੰ सबसक्राइब करियो, क्योंकि अगे भी जो इदां ਦੇ टॉपिक हैं उन्होंने नोटिफिकेशन ਤੁਹਾਨੂੰ ਸਭ ਤੋਂ ਪਹਿਲਾਂ मिल सके। ठीक है जी, सो चलते जी ਆਪਾਂ पहले क्वेश्चन ਦੇ ਵੱਲ। पहला क्वेश्चन है जी, ਭਾਰਤੀ ਸੰਵਿਧਾਨ ਦੀ ਪਹਿਲੀ बैठक ਕਿੱਥੇ ਹੋਈ ਸੀ। सो ਜਿਨ੍ਹਾਂ ਨੂੰ ਵੀ ਇਹਨਾਂ ਦੇ ਰਾਈਟ ਆਨਸਰ ਪਤਾ ਹੋਣਗੇ ਉਹ ਨਾਲ ਦੀ ਨਾਲ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਓ। सो ਇਹਦਾ ਬਿਲਕੁਲ ਰਾਈਟ ਆਨਸਰ ਹੈ ਉਹ ਜੀ ਨਵੀਂ ਦਿੱਲੀ ਦੇ ਵਿੱਚ। ਹਾਂਜੀ, ਬਿਲकुल ਰਾਈਟ ਆਨਸਰ ਹੈ ਭਾਰਤੀ ਸੰਵਿਧਾਨ ਦੀ। ਧਿਆਨ 'ਚ ਰੱਖਿਓ, ਭਾਰਤੀ ਸੰਵਿਧਾਨ ਦੀ ਪਹਿਲੀ ਬੈਠਕ ਕਿੱਥੇ ਹੋਈ ਸੀਗੀ? ਨਵੀਂ ਦਿੱਲੀ ਦੇ ਵਿੱਚ ਹੋਈ ਸੀ। ਤੇ ਕਦੋਂ ਹੋਈ ਸੀ ਇਹ ਵੀ ਇੰਪੋਰਟੈਂਟ ਹੈ ਜੀ। ਕਦੋਂ ਹੋਈ ਸੀਗੀ ਜੀ? ਇਹ ਪਹਿਲੀ ਜਿਹੜੀ ਹੋਈ ਸੀ ਜੀ 1946 ਦੇ ਵਿੱਚ। ਠੀਕ ਹੈ ਜੀ, 1946 9 ਦਸੰਬਰ। ਠੀਕ ਹੈ ਜੀ, 9 ਦਸੰਬਰ 1946 ਨੂੰ ਪਹਿਲੀ ਬੈਠਕ ਹੋਈ ਸੀਗੀ। ਠੀਕ ਹੈ, ਤੇ ਦੂਸਰੀ ਕਦੋਂ ਹੋਈ ਸੀ ਇਹ ਵੀ ਧਿਆਨ 'ਚ ਰੱਖਿਓ। ਉਹ ਹੋਈ ਸੀ ਜੀ, ਉਹ ਵੀ 1946 'ਚ ਹੋਈ ਸੀ, ਪਰ ਜਿਹੜੀ ਤਰੀਕ ਹੈ ਉਹ ਹੈ ਜੀ 11 ਦਸੰਬਰ। ਠੀਕ ਹੈ ਜੀ, ਪਹਿਲੀ ਹੋਈ ਸੀ 9 ਦਸੰਬਰ 1946 'ਚ, ਅਤੇ ਸੈਕਿੰਡ ਜੋ ਹੋਈ ਸੀ ਉਹ ਹੈ 11 ਦਸੰਬਰ 1946 ਦੇ ਵਿੱਚ। ਕਿੱਥੇ ਹੋਈ ਸੀ? ਨਵੀਂ ਦਿੱਲੀ ਦੇ ਵਿੱਚ। ਜਿੰਨੀ ਵੀ ਜਾਣਕਾਰੀ ਜਿਹੜੀ ਹੈ ਧਿਆਨ 'ਚ ਰੱਖਣੀ ਹੈ, ਪੇਪਰ ਪੁਆਇੰਟ ਵੀ ਬਹੁਤ ਹੀ ਇੰਪੋਰਟੈਂਟ ਹੈ। ਠੀਕ ਹੈ, ਸੋ ਚੱਲਦੀ ਜੀ ਗੱਲ ਕੁਐਸਚਨ ਦੇ ਵੱਲ। ਉਹਦੇ ਭਾਰਤੀ ਸੰਵਿਧਾਨ ਦੀ ਆਖਰੀ ਬੈਠਕ ਕਦੋਂ ਹੋਈ ਸੀ? ਸੋ ਭਾਰਤੀ ਸੰਵਿਧਾਨ ਦੀ ਜਿਹੜੀ ਆਖਰੀ ਬੈਠਕ ਸੀ ਉਹ 24 ਜਨਵਰੀ 1950 ਨੂੰ। ਹਾਂਜੀ, ਬਿਲਕੁਲ ਜਿਹੜਾ 24 ਜਨਵਰੀ 1950 ਇਸ ਦਾ ਰਾਈਟ ਆਨਸਰ ਬਣ ਜਾਏਗਾ। ਬਿਲਕੁਲ ਰਾਈਟ ਆਨਸਰ ਹੈ। ਭਾਰਤੀ ਸੰਵਿਧਾਨ ਦੀ ਆਖਰੀ ਬੈਠਕ 24 ਜਨਵਰੀ 1950 ਨੂੰ ਹੋਈ ਸੀ। ਠੀਕ ਹੈ ਜੀ, ਸੋ ਸਾਨੂੰ ਸਾਲ ਤੇ ਤਰੀਕ ਜ਼ਰੂਰ ਧਿਆਨ ਰੱਖਿਓ, ਬਹੁਤ ਹੀ ਇੰਪੋਰਟੈਂਟ ਹੋ ਸਕਦੀ ਹੈ। ਚੱਲਦੇ ਹਾਂ ਅਗਲੇ ਕੁਐਸਚਨ ਦੇ ਵੱਲ। ਉਸ ਦੇ ਬਹੁਤ ਹੀ ਇੰਪੋਰਟੈਂਟ ਹੈ। ਠੀਕ ਹੈ, ਸੰਵਿਧਾਨ ਦੇ ਸਵਰੂਪ ਦੇ ਕੁੱਲ ਕਿੰਨੇ ਦਿਨ ਬਹਿਸ ਚੱਲੀ ਸੀਗੀ? ਠੀਕ ਹੈ ਜੀ, ਬਹੁਤ ਹੀ ਇੰਪੋਰਟੈਂਟ ਕੁਐਸਚਨ। ਸੋ ਇਹਦਾ ਬਿਲकुल ਰਾਈਟ ਆਨਸਰ ਹੈ। ਠੀਕ ਹੈ ਜੀ, 114 ਦਿਨ। ਹਾਂਜੀ, ਬਿਲकुल 114 ਦਿਨ ਦੇ ਟੋਟਲ ਬਹਿਸ ਚੱਲੀ ਸੀ। ਸੰਵਿਧਾਨ ਦੇ ਸਵਰੂਪ ਦੇ ਕੁੱਲ ਕਿੰਨੇ ਦਿਨ ਬਹਿਸ ਚੱਲੀ ਸੀ? ਬਹੁਤ ਹੀ ਇੰਪੋਰਟੈਂਟ, ਜਿਵੇਂ ਤੁਹਾਨੂੰ ਦੱਸਿਆ ਹੀ ਹੈ ਕਿ 114 ਦਿਨ ਦੀ ਜੀ ਉਹ ਹੈ ਬਹਿਸ ਚੱਲੀ ਸੀਗੀ। ਠੀਕ ਹੈ ਜੀ, ਸੋ ਇਹ ਵੀ ਧਿਆਨ 'ਚ ਰੱਖਿਓ। ਚੱਲਦੇ ਹਾਂ ਅਗਲੇ ਕੁਐਸਚਨ ਦੇ ਵੱਲ। ਉਸਦੇ ਭਾਰਤ ਦੀ ਸੰਵਿਧਾਨ ਸਭਾ ਕਿਸ ਦੇ ਅਨੁਸਾਰ ਗਠਿਤ ਕੀਤੀ ਗਈ ਸੀ? ਸੋ ਇਹ ਗਠਿਤ ਕੀਤੀ ਗਈ ਸੀ ਕੈਬਨਿਟ ਮਿਸ਼ਨ ਯੋਜਨਾ ਦੁਆਰਾ। ਹਾਂਜੀ, ਬਿਲਕੁਲ ਕੈਬਨਿਟ ਮਿਸ਼ਨ ਯੋਜਨਾ ਦੁਆਰਾ ਕੀ ਕੀਤਾ ਗਿਆ ਸੀਗਾ ਭਾਰਤੀ ਸੰਵਿਧਾਨ ਦੇ ਵਿੱਚ। ਠੀਕ ਹੈ, ਸਭਾ ਕਿਸ ਦੇ ਅਨੁਸਾਰ? ਭਾਰਤੀ ਜੋ ਸੰਵਿਧਾਨ ਹੈ ਦੀ ਸਭਾ। ਠੀਕ ਹੈ ਜੀ, ਸੋ ਉਹ ਕੈਬਨਿਟ ਮਿਸ਼ਨ ਯੋਜਨਾ ਦੁਆਰਾ ਆਪਣੀ ਗਠਿਤ ਕੀਤੀ ਗਈ ਸੀ। ਠੀਕ ਹੈ ਜੀ, ਤੇ ਕਦੋਂ ਕੀਤੀ ਗਈ ਸੀ? ਇਹ ਵੀ 1946 ਦੇ ਵਿੱਚ। ਠੀਕ ਹੈ ਜੀ, 1946 ਦੇ ਵਿੱਚ ਕੀ ਹੈ ਇਹ ਗਠਿਤ ਕੀਤੀ ਗਈ ਸੀ ਭਾਰਤੀ ਦੀ ਸੰਵਿਧਾਨ ਸਭਾ। ਠੀਕ ਹੈ ਜੀ, ਕਿਹੜੀ ਯੋਜਨਾ ਸੀਗੀ? ਧਿਆਨ 'ਚ ਰੱਖਿਓ, ਕੈਬਨਿਟ ਮਿਸ਼ਨ ਯੋਜਨਾ। ਬਹੁਤ ਹੀ ਇੰਪੋਰਟੈਂਟ ਹੈ ਜੀ, ਧਿਆਨ 'ਚ ਰੱਖਿਓ। ਚੱਲਦੇ ਅਗਲੇ ਕੁਐਸਚਨ ਦੇ ਵੱਲ। ਉਸ ਸੰਵਿਧਾਨ ਸਭਾ ਵਿੱਚ ਮਹਿਲਾ ਮੈਂਬਰਾਂ ਦੀ ਗਿਣਤੀ ਕਿੰਨੀ ਹੈ? ਸੋ ਮਹਿਲਾ ਮੈਂਬਰਾਂ ਦੀ ਗਿਣਤੀ ਹੈਗੀ ਹੈ 12। ਹਾਂਜੀ, ਬਿਲਕੁਲ ਰਾਈਟ ਆਨਸਰ ਹੈ। ਭਾਰਤੀ ਸੰਵਿਧਾਨ ਦੇ ਵਿੱਚ ਠੀਕ ਹੈ ਜੀ ਮਹਿਲਾ ਮੈਂਬਰਾਂ ਦੀ ਗਿਣਤੀ ਕਿੰਨੀ ਹੈ ਜੀ? 12 ਇਸ ਦਾ ਬਿਲਕੁਲ ਰਾਈਟ ਆਨਸਰ ਸੀਗਾ। ਧਿਆਨ 'ਚ ਰੱਖਿਓ। ਚੱਲਦੇ ਹਾਂ ਜੀ ਅਗਲੇ ਕੁਐਸਚਨ ਦੇ ਵੱਲ। ਉਸਦੇ ਭਾਰਤੀ ਸੰਵਿਧਾਨ ਦੀ ਕੁੰਜੀ ਕਿਸ ਨੂੰ ਕਿਹਾ ਜਾਂਦਾ? ਬਹੁਤ ਹੀ ਇੰਪੋਰਟੈਂਟ ਹੈ ਜੀ, ਭਾਰਤੀ ਸੰਵਿਧਾਨ ਦੀ ਕੁੰਜੀ ਕਿਸ ਨੂੰ ਕਿਹਾ ਜਾਂਦਾ ਹੈ? ਸੋ ਭਾਰਤੀ ਸੰਵਿਧਾਨ ਦੀ ਕੁੰਜੀ ਪ੍ਰਸਤਾਵਨਾ। ਠੀਕ ਹੈ ਜੀ, ਪ੍ਰਸਤਾਵਨਾ ਨੂੰ ਕੀ ਹੈ? ਇਹ ਤਾਂ ਬਿਲਕੁਲ ਰਾਈਟ ਆਨਸਰ ਹੋਗਾ। ਭਾਰਤੀ ਸੰਵਿਧਾਨ ਦੀ ਕੁੰਜੀ ਕਿਹਾ ਜਾਂਦਾ ਹੈ। ਧਿਆਨ 'ਚ ਰੱਖਿਓ, ਬਹੁਤ ਹੀ ਇੰਪੋਰਟੈਂਟ ਜਾਣਕਾਰੀ ਹੈ। ਤੇ ਜੇਕਰ ਤੁਹਾਨੂੰ ਜਾਣਕਾਰੀ ਵਧੀਆ ਲੱਗ ਰਹੀ ਹੈ ਸੋ ਵੀਡੀਓ ਨੂੰ ਵੱਧ ਤੋਂ ਵੱਧ ਫਰੈਂਡ ਸਰਕਲ 'ਚ ਸ਼ੇਅਰ ਕਰਿਓ, ਲਾਈਕ ਕਰਿਓ, ਤੇ ਜਿਨ੍ਹਾਂ ਨੇ ਵੀ ਹਾਲ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜ਼ਰੂਰ ਸਬਸਕ੍ਰਾਈਬ ਕਰਕੇ ਰੱਖ ਲਿਓ। ਠੀਕ ਹੈ, ਸੋ ਚੱਲਦੇ ਜੀ ਅਗਲੇ ਕੁਐਸਚਨ ਦੇ ਵੱਲ। ਉਸ ਲਈ ਲੋਕ ਸਭਾ ਅਤੇ ਸੰਵਿਧਾਨ ਸਭਾ ਦੀ ਅਵਧੀ ਨੂੰ 5 ਤੋਂ 6 ਸਾਲ ਕਿਹੜੇ ਸੰਸ਼ੋਧਨ ਵਿੱਚ ਕੀਤਾ ਗਿਆ ਸੀ? ਦੱਸੋ ਜੀ, ਕਿਹੜੇ ਸੰਸ਼ੋਧਨ ਦੁਆਰਾ ਕੀਤਾ ਗਿਆ ਸੀਗਾ? ਸੋ ਇਹਦਾ ਹੀ ਬਿਲਕੁਲ ਰਾਈਟ ਆਨਸਰ ਹੈ ਉਹ ਜੀ 42ਵੇਂ। ਠੀਕ ਹੈ ਜੀ, 42ਵੇਂ ਸੰਸ਼ੋਧਨ ਦੁਆਰਾ ਕੀ ਕੀਤਾ ਗਿਆ ਸੀ? ਲੋਕ ਸਭਾ ਅਤੇ ਵਿਧਾਨ ਸਭਾ ਦੋਨਾਂ ਦੀ ਗੱਲ ਕਰ ਰਹੇ ਹਾਂ। ਲੋਕ ਸਭਾ ਵਿਧਾਨ ਸਭਾ ਦੀ ਅਵਧੀ ਨੂੰ 5 ਤੋਂ 6 ਸਾਲ ਕਿਹੜੇ ਸੰਸ਼ੋਧਨ ਦੁਆਰਾ ਕੀਤਾ ਗਿਆ ਸੀਗਾ? 42ਵੇਂ। ਠੀਕ ਹੈ ਜੀ, ਸੋ ਇਹ ਵੀ ਧਿਆਨ ਰੱਖਿਓ, ਇੰਪੋਰਟੈਂਟ ਜਾਣਕਾਰੀ ਹੈ। ਚੱਲਦੇ ਅਗਲੇ ਕੁਐਸਚਨ ਦੇ ਵੱਲ। ਉਸ ਦੇ ਵਿੱਤੀ ਆਪਾਤਕਾਲ ਸੰਬੰਧੀ ਜਾਣਕਾਰੀ ਕਿਹੜੇ ਦੇਸ਼ ਲਈ ਕਿਹੜੇ ਦੇਸ਼ ਤੋਂ ਆਪਾਂ ਲਈ ਹੈ? ਠੀਕ ਹੈ ਜੀ, ਇਹਦਾ ਮਤਲਬ ਹੈ ਕਿਹੜੇ ਦੇਸ਼ ਤੋਂ ਲਈ ਗਈ ਹੈ ਵਿੱਤੀ ਆਪਾਤਕਾਲ। ਜੇ ਵਿੱਤੀ ਆਪਾਤਕਾਲ ਦੀ ਗੱਲ ਕਰੀਏ, ਠੀਕ ਹੈ, ਸੋ ਵਿੱਤੀ ਆਪਾਤਕਾਲ ਦੀ ਗੱਲ ਕਰੀਏ ਤਾਂ ਅਮਰੀਕਾ ਦੇਸ਼ ਤੋਂ। ਹਾਂਜੀ, ਬਿਲਕੁਲ ਰਾਈਟ ਆਨਸਰ ਹੈ। ਵਿੱਤੀ ਆਪਾਤਕਾਲ ਸੰਬੰਧੀ ਜੋ ਜਾਣਕਾਰੀ ਹੈ ਇਹ ਆਪਾਂ ਅਮਰੀਕਾ ਦੇਸ਼ ਤੋਂ ਲਈ ਹੈ। ਧਿਆਨ 'ਚ ਰੱਖਿਓ, ਬਹੁਤ ਹੀ ਇੰਪੋਰਟੈਂਟ ਜਾਣਕਾਰੀ ਹੈ। ਠੀਕ ਹੈ, ਸੋ ਚੱਲਦੇ ਜੀ ਅਗਲੇ ਕੁਐਸਚਨ ਦੇ ਵੱਲ। ਉਸ ਦੇ ਆਪਾਤਕਾਲ ਸੰਬੰਧੀ, ਠੀਕ ਹੈ ਜੀ, ਇਹ ਆਪਣੀ ਸੀਗੀ ਜੀ
ਵਿੱਤੀ, ਠੀਕ ਹੈ ਜੀ, ਵਿੱਤੀ ਆਪਾਤਕਾਲ, ਤੇ ਇੱਥੇ ਹੈ ਜੀ ਆਪਾਤਕਾਲ। ਠੀਕ ਹੈ ਜੀ, ਧਿਆਨ ਦੇਖ ਸਕਦੇ ਤੁਸੀਂ। ਆਪਾਤਕਾਲ ਸੰਬੰਧੀ ਭਾਰਤੀ ਸੰਵਿਧਾਨ ਵਿੱਚ ਜਾਣਕਾਰੀ ਜੇ ਪੁੱਛ ਲਈ, ਠੀਕ ਹੈ ਜੀ। ਵਿੱਤੀ ਤਾਂ ਅਮਰੀਕਾ, ਜੇ ਆਪਾਤਕਾਲ ਕੱਲਾ ਆ ਜੇ ਤਾਂ ਇਹ ਲਈ ਗਈ ਹੈ ਜੀ ਜਰਮਨੀ ਤੋਂ। ਹਾਂਜੀ, ਬਿਲਕੁਲ ਆਨਸਰ ਹੈ ਵਿੱਤੀ ਆਪਾਤਕਾਲ ਅਮਰੀਕਾ ਤੋਂ, ਤੇ ਇਕੱਲਾ ਆਪਾਤਕਾਲ ਜਾਂ ਜਰਮਨੀ ਤੋਂ ਲਈ ਗਈ ਹੈ, ਜਰਮਨੀ ਦੇਸ਼ ਤੋਂ। ਸੋ ਇਹ ਵੀ ਧਿਆਨ ਰੱਖਿਓ ਜੀ, ਕੁਐਸਚਨ ਬਹੁਤ ਹੀ ਇੰਪੋਰਟੈਂਟ ਹੈ। ਚੱਲਦੇ ਅਗਲੇ ਕੁਐਸਚਨ ਦੇ ਵੱਲ। ਉਸਦੇ ਭਾਰਤ ਵਿੱਚ ਵਿੱਤੀ ਆਪਾਤਕਾਲ ਕਿੰਨੀ ਵਾਰ ਲੱਗ ਚੁੱਕਿਆ ਹੈ? ਦੱਸੋ ਜੀ, ਕਿੰਨੀ ਵਾਰ ਲੱਗ ਚੁੱਕਿਆ? ਬਹੁਤ ਹੀ ਇੰਪੋਰਟੈਂਟ ਕਰੀ ਹੈ, ਤੇ ਬਹੁਤ ਵਾਰ ਆਪਾਂ ਤੁਹਾਨੂੰ ਇਹ ਕੁਐਸਚਨ ਕਰਵਾ ਚੁੱਕੇ। ਤੁਹਾਨੂੰ ਪਤਾ ਹੈ ਕਿ ਅੱਗੇ 3 ਤੋਂ 4 ਕਲਾਸਾਂ ਜੋ ਹੈ ਪੋਲੀਟੀਕਲ ਇਸ਼ੂ ਦੀਆਂ ਲਗਾਈਆਂ ਹਨ। ਜਿਨ੍ਹਾਂ ਨੇ ਉਹ ਵੀ ਨਹੀਂ ਦੇਖੀਆਂ, ਜ਼ਰੂਰ ਜਾ ਕੇ ਦੇਖ ਲਿਓ। ਕਮੈਂਟ ਬਾਕਸ ਉਹਨਾਂ ਦਾ ਆਪਾਂ ਲਿੰਕ ਤੁਹਾਨੂੰ ਪ੍ਰੋਵਾਈਡ ਕਰਵਾ ਦਾਂਗੇ, ਠੀਕ ਹੈ। ਸੋ ਇਹਦਾ ਬਿਲਕੁਲ ਰਾਈਟ ਆਨਸਰ ਹੈ ਉਹ ਹੈ ਜੀ 3 ਵਾਰ। ਹਾਂਜੀ, ਬਿਲਕੁਲ ਭਾਰਤ ਵਿੱਚ ਵਿੱਤੀ ਆਪਾਤਕਾਲ ਜੋ ਹੈ ਉਹ 3 ਵਾਰ ਲਾਗੂ ਹੋ ਚੁੱਕਿਆ ਹੈ, ਠੀਕ ਹੈ ਜੀ। ਤੇ ਇਹ ਤੁਸੀਂ ਮੈਨੂੰ ਕਮੈਂਟ ਵਿੱਚ ਦੱਸਣਾ ਕਿ ਪਹਿਲਾ, ਦੂਜਾ ਤੇ ਤੀਜਾ ਇਹ ਕਦੋਂ ਕਦੋਂ ਤੇ ਕਿਹੜੇ ਕਿਹੜੇ ਸੰਨ ਵਿੱਚ ਲਾਗੂ ਕੀਤੇ ਗਏ ਸੀ। ਇਹ ਤੁਸੀਂ ਮੈਨੂੰ ਕਮੈਂਟ ਦੱਸਣਾ ਹੈ, ਕਿਉਂਕਿ ਇਹ ਕੁਐਸਚਨ ਆਪਾਂ ਬਹੁਤ ਵਾਰ ਕਰਵਾ ਚੁੱਕੇ ਹਾਂ, ਠੀਕ ਹੈ। ਸੋ ਚੱਲਦੇ ਜੀ ਆਪਾਂ ਅਗਲੇ ਕੁਐਸਚਨ ਦੇ ਵੱਲ, ਜ਼ਰੂਰ ਧਿਆਨ ਰੱਖਿਓ। ਉਸਦੇ ਰਾਜਾਂ ਦੀ ਨੀਤੀ ਦੇ ਨਿਰਦੇਸ਼ਕ ਤੱਤ ਭਾਰਤੀ ਸੰਵਿਧਾਨ ਵਿੱਚ ਕਿਹੜੇ ਦੇਸ਼ ਤੋਂ ਲਏ ਗਏ ਹਨ? ਰਾਜਾਂ ਦੀ ਨੀਤੀ ਦੇ ਨਿਰਦੇਸ਼ਕ ਤੱਤ, ਸੋ ਇਹ ਲਏ ਗਏ ਆ ਜੀ ਆਇਰਲੈਂਡ ਤੋਂ। ਹਾਂਜੀ, ਬਿਲਕੁਲ ਰਾਈਟ ਆਨਸਰ ਹੈ, ਇਹਦਾ ਰਾਈਟ ਆਨਸਰ ਹੋ ਜਾਏਗਾ ਆਇਰਲੈਂਡ ਤੋਂ। ਸੋ ਆਪਾਂ 2-3 ਕੁਐਸਚਨ ਕਰ ਲਿਆ ਜੀ, ਪਹਿਲਾ ਅਮਰੀਕਾ, ਫਿਰ ਆਪਣਾ ਜਰਮਨੀ, ਆਇਰਲੈਂਡ। ਇਹਨਾਂ ਨੂੰ ਤੁਸੀਂ ਤਾਂ ਚੰਗੀ ਤਰ੍ਹਾਂ ਇਸ ਨੂੰ ਕਨਫਰਮ ਕਰ ਲਿਓ, ਕਨਫਿਊਜ਼ ਨਾ ਹੋਇਓ, ਠੀਕ ਹੈ ਜੀ। ਸੋ ਵੀਡੀਓ ਨੂੰ ਜੇ ਤੁਸੀਂ ਵਾਚ ਕਰੋ ਤਾਂ 2-3 ਵਾਰੀ ਜ਼ਰੂਰ ਵਾਚ ਕਰ ਲਿਓ ਇਸ ਨੂੰ। ਰਾਜਾਂ ਦੀ ਨੀਤੀ, ਠੀਕ ਹੈ ਜੀ, ਇੱਥੇ ਗੱਲ ਕਰ ਰਹੇ ਹਾਂ ਰਾਜਾਂ ਦੀ ਨੀਤੀ ਦੇ ਨਿਰਦੇਸ਼ਕ ਤੱਤ, ਠੀਕ ਹੈ ਜੀ। ਭਾਰਤੀ ਸੰਵਿਧਾਨ ਵਿੱਚ ਕਿਹੜੇ ਦੇਸ਼ ਤੋਂ ਲੱਗਿਆ? ਤਾਂ ਆਇਰਲੈਂਡ ਇਸ ਦਾ ਬਿਲਕੁਲ ਰਾਈਟ ਆਨਸਰ ਹੋ ਜਾਏਗਾ, ਠੀਕ ਹੈ ਜੀ। ਸੋ ਇਹ ਵੀ ਧਿਆਨ ਰੱਖਿਓ। ਚੱਲਦੇ ਹਾਂ ਜੀ ਅਗਲੇ ਕੁਐਸਚਨ ਦੇ ਵੱਲ। ਉਸਦੇ ਭਾਰਤੀ ਸੰਵਿਧਾਨ ਵਿੱਚ ਸੰਸ਼ੋਧਨ ਕਰਨ ਦੀ ਪ੍ਰਕਿਰਿਆ ਕਿਹੜੇ ਦੇਸ਼ ਦੇ ਸੰਵਿਧਾਨ ਤੋਂ ਲਈ ਗਈ ਹੈ? ਸੰਸ਼ੋਧਨ ਕਰਨ ਦੀ ਪ੍ਰਕਿਰਿਆ ਦੀ ਗੱਲ ਕਰ ਰਹੇ ਹਾਂ ਜੀ ਆਪਾਂ, ਠੀਕ ਹੈ। ਸੋ ਸੰਸ਼ੋਧਨ ਕਰਨ ਦੀ ਜੋ ਪ੍ਰਕਿਰਿਆ ਹੈ ਇਹ ਲਈ ਗਈ ਹੈ ਜੀ ਦੱਖਣੀ ਅਫਰੀਕਾ ਤੋਂ। ਹਾਂਜੀ, ਬਿਲਕੁਲ ਰਾਈਟ ਆਨਸਰ ਹੈ ਡੀ ਇਸ ਦਾ ਬਿਲਕੁਲ ਰਾਈਟ ਆਨਸਰ ਹੋ ਜਾਏਗਾ। ਭਾਰਤੀ ਸੰਵਿਧਾਨ ਵਿੱਚ ਸੰਸ਼ੋਧਨ ਕਰਨ ਦੀ ਪ੍ਰਕਿਰਿਆ ਜੋ ਹੈ ਕਿਹੜੇ ਦੇਸ਼ ਤੋਂ ਲਈ ਗਈ ਹੈ? ਤਾਂ ਦੱਖਣੀ ਅਫਰੀਕਾ ਤੋਂ ਤੁਹਾਡਾ ਬਿਲਕੁਲ ਰਾਈਟ ਆਨਸਰ ਹੋ ਜਾਏਗਾ, ਠੀਕ ਹੈ ਜੀ। ਸੋ ਵੀ ਧਿਆਨ ਰੱਖਿਓ। ਚੱਲਦੇ ਜੀ ਅਗਲੇ ਕੁਐਸਚਨ ਦੇ ਵੱਲ। ਉਸਦੇ ਭਾਰਤ ਦੇ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦਾ ਉਲੇਖ ਕਿਹੜੀ ਅਨੁਸੂਚੀ ਵਿੱਚ ਕੀਤਾ ਜਾਂਦਾ ਹੈ? ਠੀਕ ਹੈ ਜੀ, ਕੀਤਾ ਗਿਆ ਹੈ ਜਾਂ ਕੀਤਾ ਜਾਂਦਾ ਹੈ। ਸੋ ਅਨੁਸੂਚੀ ਤੁਹਾਨੂੰ ਪਤਾ ਹੀ ਕਿ ਆਪਣੇ ਅਨੁਸੂਚੀਆਂ ਸੀਗੀਆਂ ਪਹਿਲੀ, ਦੂਜੀ, ਤੀਜੀ, ਚੌਥੀ, ਪੰਜਵੀਂ, ਛੇਵੀਂ। ਸੋ ਇੱਦਾਂ ਲਗਾਤਾਰ ਚੱਲਦੀ ਰਹਿੰਦੀਆਂ। ਸੋ ਭਾਰਤ ਦੇ ਦੁਆਰਾ ਰਾਜਾਂ, ਠੀਕ ਹੈ ਜੀ, ਰਾਜਾਂ ਅਤੇ ਕੇਂਦਰ ਸ਼ਾਸਤ ਜਿਹਨੂੰ ਆਪਾਂ ਯੂਟੀ ਕਹਿੰਦੇ ਹਾਂ, ਦਾ ਉਲੇਖ ਕਿਹੜੀ ਅਨੁਸੂਚੀ ਵਿੱਚ ਕੀਤਾ ਗਿਆ? ਜੇਕਰ ਇਹ ਪੁੱਛ ਲਏ ਤਾਂ ਪਹਿਲੀ ਅਨੁਸੂਚੀ ਦੇ ਵਿੱਚ। ਹਾਂਜੀ, ਬਿਲਕੁਲ ਰਾਈਟ ਆਨਸਰ ਹੈ, ਠੀਕ ਹੈ ਜੀ। ਸੋ ਧਿਆਨ ਰੱਖੋ, ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦਾ ਉਲੇਖ ਕਿਹੜੀ ਅਨੁਸੂਚੀ ਵਿੱਚ ਮਿਲਦਾ ਹੈ? ਤਾਂ ਪਹਿਲੀ ਅਨੁਸੂਚੀ ਵਿੱਚ ਮਿਲਦਾ ਹੈ। ਧਿਆਨ 'ਚ ਰੱਖਿਓ। ਚੱਲਦੇ ਹਾਂ ਜੀ ਬਾਕੀ ਅਗਲੇ ਕੁਐਸਚਨ ਦੇ ਬਾਅਦ, ਠੀਕ ਹੈ। ਉਸ ਤੋਂ ਬਾਅਦ ਆਪਣਾ ਕੁਐਸਚਨ ਹੈ ਜੀ ਰਾਸ਼ਟਰਪਤੀ, ਰਾਜਪਾਲ ਅਤੇ ਰਾਜ ਵਿਵਸਥਾ ਦੇ ਵਿਭਿੰਨ ਅਧਿਕਾਰੀਆਂ ਦੇ ਵੇਤਨ ਦਾ ਉਲੇਖ ਕਿਹੜੇ ਅਨੁਸੂਚੀ ਵਿੱਚ ਕੀਤਾ ਜਾਂਦਾ ਹੈ? ਸੋ ਇਹ ਕੀਤਾ ਜਾਂਦਾ ਜੀ ਦੂਜੀ ਦੇ ਵਿੱਚ। ਹਾਂਜੀ, ਬਿਲਕੁਲ ਆਨਸਰ। ਆਪਾਂ ਲਾਈਨ ਸਟੈਪ ਬਾਈ ਸਟੈਪ ਚੱਲ ਰਹੇ ਹਾਂ, ਠੀਕ ਹੈ। ਪਹਿਲੀ ਧਿਆਨ ਰੱਖਿਓ ਆਪਣੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ, ਤੇ ਉਸ ਤੋਂ ਬਾਅਦ ਹੈ ਰਾਸ਼ਟਰਪਤੀ, ਰਾਜਪਾਲ ਅਤੇ ਰਾਜ ਵਿਵਸਥਾ ਦੇ ਵਿਭਿੰਨ ਅਧਿਕਾਰਾਂ ਦਾ ਵੇਤਨ ਦਾ ਉਲੇਖ ਕਿੱਥੇ ਮਿਲਦਾ ਜੀ? ਇਹ ਦੂਸਰੀ ਦੇ ਵਿੱਚ, ਠੀਕ ਹੈ, ਦੂਸਰੀ ਅਨੁਸੂਚੀ ਵਿੱਚ ਮਿਲਦਾ ਹੈ। ਧਿਆਨ 'ਚ ਰੱਖਿਓ, ਠੀਕ ਹੈ। ਸੋ ਬਾਕੀ ਚੱਲਦੇ ਹਾਂ ਅਗਲੇ ਕੁਐਸਚਨ ਦੇ ਵੱਲ। ਉਸ ਤੋਂ ਬਾਅਦ ਆਪਣਾ ਕੁਐਸਚਨ ਹੈ ਜੀ ਭਾਰਤੀ ਸੰਵਿਧਾਨ ਦਾ 22 ਭਾਸ਼ਾਵਾਂ ਦਾ ਉਲੇਖ ਕਿਹੜੀ ਅਨੁਸੂਚੀ ਵਿੱਚ ਕੀਤਾ ਜਾਂਦਾ? ਠੀਕ ਹੈ, ਹੁਣ 22 ਭਾਸ਼ਾਵਾਂ ਦਾ ਉਲੇਖ ਦੀ ਗੱਲ ਕਰ ਰਹੇ ਹਾਂ। ਭਾਰਤੀ ਸੰਵਿਧਾਨ ਜੋ ਹਨ ਉਹਨਾਂ ਦਾ ਕਿਹੜੀ ਅਨੁਸੂਚੀ ਵਿੱਚ ਉਲੇਖ ਮਿਲਦਾ ਹੈ? ਸੋ ਇਹ ਮਿਲਦਾ ਜੀ 8ਵੀਂ ਅਨੁਸੂਚੀ ਦੇ ਵਿੱਚ। ਹਾਂਜੀ, ਬਿਲਕੁਲ ਰਾਈਟ ਆਨਸਰ ਹੈ। ਭਾਰਤੀ ਸੰਵਿਧਾਨ ਦਾ 22ਵਾਂ ਭਾਸ਼ਾਵਾਂ ਦਾ ਜੋ ਹੈ 22 ਭਾਸ਼ਾਵਾਂ ਆਪਣੀਆਂ ਉਲੇਖ ਕਿਹੜੀ ਅਨੁਸੂਚੀ ਵਿੱਚ ਮਿਲਦਾ? ਤਾਂ 8ਵੀਂ ਅਨੁਸੂਚੀ ਦੇ ਵਿੱਚ ਮਿਲਦਾ ਹੈ। ਧਿਆਨ 'ਚ ਰੱਖਿਓ। ਚੱਲਦੇ ਹਾਂ ਅਗਲੇ ਕੁਐਸਚਨ ਦੇ ਵੱਲ। ਉਸਦੇ ਭਾਰਤੀ ਸੰਵਿਧਾਨ ਵਿੱਚ 9ਵੀਂ ਅਨੁਸੂਚੀ ਨੂੰ ਕਦੋਂ ਜੋੜਿਆ ਗਿਆ ਸੀ? ਠੀਕ ਹੈ ਜੀ, ਪਹਿਲਾਂ 8 ਸੀਗੀਆਂ, ਫਿਰ ਉਸ ਤੋਂ ਬਾਅਦ 9 ਜੋੜੀਆਂ ਗਈਆਂ ਸੀ, ਠੀਕ ਹੈ ਜੀ। ਸੋ ਇਹ 9ਵੀਂ ਕਦੋਂ ਜੁੜ ਗਈ ਸੀ? ਤਾਂ 9ਵੀਂ ਜੋੜੀ ਗਈ ਸੀ 1951 ਦੇ ਵਿੱਚ। ਹਾਂਜੀ, 1951 ਦੇ ਵਿੱਚ ਜੁੜੀ ਗਈ ਸੀ। ਭਾਰਤੀ ਸੰਵਿਧਾਨ ਵਿੱਚ 9ਵੀਂ ਅਨੁਸੂਚੀ 1951 ਦੇ ਵਿੱਚ ਜੁੜੀ ਗਈ ਸੀ। ਧਿਆਨ 'ਚ ਰੱਖਿਓ। ਚੱਲਦੇ ਹਾਂ ਅਗਲੇ ਕੁਐਸਚਨ ਦੇ ਵੱਲ। ਉਸ ਦਲ ਬਦਲਣ ਸੰਬੰਧੀ ਭਾਰਤੀ ਸੰਵਿਧਾਨ ਦੀ ਕਿਹੜੀ ਅਨੁਸੂਚੀ ਹੈ? ਦਲ ਬਦਲਣ ਦੀ ਸੰਬੰਧੀ ਦੀ ਆਪਾਂ ਗੱਲ ਕਰੀਏ, ਸੋ ਇਸਦਾ ਹੀ ਬਿਲਕੁਲ ਰਾਈਟ ਆਨਸਰ ਹੈ ਉਹ ਜੀ 10ਵੀਂ ਅਨੁਸੂਚੀ। ਹਾਂਜੀ, ਬਿਲਕੁਲ ਜਿਹੜਾ 10ਵੀਂ ਅਨੁਸੂਚੀ ਇਸ ਦਾ ਬਿਲਕੁਲ ਰਾਈਟ ਆਨਸਰ ਹੋਏਗਾ। 10ਵੀਂ ਅਨੁਸੂਚੀ ਵਿੱਚ ਕੀ ਹੁੰਦਾ ਜੀ? ਫਿਰ ਰਿਪੀਟ ਕਰਾਂ, ਦਲ ਬਦਲਣ ਸੰਬੰਧੀ ਜੇ ਭਾਰਤ ਸੰਵਿਧਾਨ ਦੀ ਕਿਹੜੀ ਅਨੁਸੂਚੀ ਪੁੱਛਿਆ ਜਾਵੇ ਦਲ ਬਦਲਣ ਦੀ ਤੁਸੀਂ ਧਿਆਨ 'ਚ ਰੱਖਣਾ ਹੈ ਤਾਂ 10ਵੀਂ ਅਨੁਸੂਚੀ ਇਸ ਦਾ ਬਿਲਕੁਲ ਰਾਈਟ ਆਨਸਰ ਹੋ ਜਾਏਗਾ, ਠੀਕ ਹੈ ਜੀ। ਸੋ ਇਹ ਵੀ ਧਿਆਨ 'ਚ ਰੱਖਿਓ, ਕੁਐਸਚਨ ਇੰਪੋਰਟੈਂਟ ਹੈ। ਚੱਲਦੇ ਹਾਂ ਅਗਲੇ ਕੁਐਸਚਨ ਦੇ ਵੱਲ। ਉਸ ਦੇ ਰਾਜ ਪੁਨਰਗਠਨ ਦੇ ਚੇਅਰਮੈਨ ਕੌਣ ਸਨ? ਦੱਸੋ ਜੀ ਕੌਣ ਸੀਗੇ ਰਾਜ ਪੁਨਰਗਠਨ ਦੇ? ਕੁਐਸਚਨ ਬਹੁਤ ਹੀ ਇੰਪੋਰਟੈਂਟ ਹੈ।
ਸੋ ਇਹਦਾ ਜੀ ਬਿਲਕੁਲ ਰਾਈਟ ਆਂਸਰ ਹੈ ਉਹ ਜੀ ਫਜ਼ਲ ਅਲੀ। ਠੀਕ ਹੈ ਜੀ, ਫਜ਼ਲ ਅਲੀ ਇਸ ਦਾ ਬਿਲਕੁਲ ਰਾਈਟ ਆਂਸਰ ਹੈ। ਰਾਜ ਪੁਨਰ ਗਠਨ ਦੇ ਚੇਅਰਮੈਨ ਕੌਣ ਹਨ? ਫਜ਼ਲ ਅਲੀ ਇਸ ਦਾ ਬਿਲਕੁਲ ਰਾਈਟ ਆਂਸਰ ਹੋ ਜਾਏਗਾ। ਠੀਕ ਹੈ ਜੀ, ਸੋ ਇਹ ਵੀ ਧਿਆਨ 'ਚ ਰੱਖਿਓ ਜੀ। ਚੱਲਦੇ ਹਾਂ ਅਗਲੇ ਕੁਐਸਚਨ ਦੇ ਵੱਲ। ਉਸਦੇ ਰਾਜ ਪੁਨਰ ਗਠਨ ਅਧਿਨਿਯਮ, ਠੀਕ ਹੈ ਜੀ, ਦੁਬਾਰਾ ਤੋਂ ਫਿਰ ਰਿਪੀਟ ਕਰ ਦਿੰਦੇ ਹਾਂ। ਰਾਜ ਪੁਨਰ ਗਠਨ ਜੇ ਅਧਿਨਿਯਮ ਜਿਹੜਾ ਕਦੋਂ ਪਾਸ ਕੀਤਾ ਗਿਆ ਸੀ? ਸੋ ਇਹ ਪਾਸ ਕੀਤਾ ਗਿਆ ਸੀਗਾ ਜੀ 1956 ਦੇ ਵਿੱਚ। ਹਾਂਜੀ ਬਿਲਕੁਲ ਰਾਈਟ ਆਂਸਰ ਹੈ। ਰਾਜ ਪੁਨਰ ਗਠਨ ਅਧਿਨਿਯਮ 1956 ਦੇ ਵਿੱਚ ਕੀ ਹੈ ਪਾਸ ਕੀਤਾ ਗਿਆ ਸੀਗਾ। ਇਹ ਵੀ ਤੁਸੀਂ ਸਾਰਿਆਂ ਜ਼ਰੂਰ ਧਿਆਨ ਰੱਖਿਓ, ਕੁਐਸਚਨ ਪੁਆਇੰਟ ਆਫ ਵਿਊ ਬਹੁਤ ਹੀ ਇੰਪੋਰਟੈਂਟ ਹੋ ਸਕਦਾ ਹੈ। ਠੀਕ ਹੈ, ਉਸ ਲਈ ਬਹੁਤ ਹੀ ਇੰਪੋਰਟੈਂਟ ਹੈ ਵੀ ਸਿੱਕਮ ਭਾਰਤ ਦਾ 32ਵਾਂ ਰਾਜ ਕਦੋਂ ਬਣਿਆ ਸੀ? ਠੀਕ ਹੈ, ਸਿੱਕਿਮ। ਠੀਕ ਹੈ ਜੀ, ਬਹੁਤ ਹੀ ਇੰਪੋਰਟੈਂਟ ਹੈ। ਸਿੱਕਿਮ ਭਾਰਤ ਦਾ 32ਵਾਂ ਰਾਜ ਕਦੋਂ ਬਣਿਆ ਸੀ? ਜੇ ਇਹ ਪੁੱਛਿਆ ਜਾਵੇ ਤਾਂ 1975 ਦੇ ਵਿੱਚ। ਹਾਂਜੀ 1975 ਦੇ ਵਿੱਚ ਸਿੱਕਿਮ ਜੋ ਸੀਗਾ ਭਾਰਤ ਦਾ 32ਵਾਂ ਰਾਜ ਜੋ ਹੈ ਬਣਿਆ ਸੀਗਾ। ਇਹ ਵੀ ਕੁਐਸਚਨ ਬਹੁਤ ਵਾਰ ਰਿਪੀਟ ਹੋ ਚੁੱਕਿਆ, ਧਿਆਨ 'ਚ ਰੱਖਿਓ। ਚੱਲਦੇ ਹਾਂ ਜੀ ਅਗਲੇ ਕੁਐਸਚਨ ਦੇ ਵੱਲ। ਉਸ ਤੋਂ ਬਾਅਦ ਗੋਆ ਨੂੰ ਪੂਰਨ ਰਾਜ ਦਾ ਦਰਜਾ ਕਦੋਂ ਦਿੱਤਾ ਗਿਆ ਸੀ? ਪੂਰਨ ਤੌਰ 'ਤੇ ਕਦੋਂ ਰਾਜ ਬਣਿਆ ਸੀਗਾ ਜੀ? ਇਹ ਵੀ ਕੁਐਸਚਨ ਪੁੱਛਿਆ ਹੋ ਸਕਦਾ ਹੈ। ਗੋਆ ਨੂੰ ਪੂਰਨ ਰਾਜ ਦਾ ਦਰਜਾ ਕਦੋਂ ਪ੍ਰਾਪਤ ਹੋਇਆ ਸੀ? ਜੇਕਰ ਇਹ ਪੁੱਛਿਆ ਜਾਵੇ ਤਾਂ 23 ਮਈ। ਠੀਕ ਹੈ, ਪੂਰੀ ਡੇਟ ਦੱਸ ਰਹੇ ਕਿ ਕਿਉਂਕਿ ਕਈ ਵਾਰ ਐਗਜ਼ਾਮੀਨਰ ਜੋ ਹੈ ਪੂਰੀ ਡੇਟ ਵੀ ਐਗਜ਼ਾਮ ਵਿੱਚ ਪੁੱਟਅਪ ਕਰ ਲੈਂਦਾ ਹੈ। ਤਾਂ 23 ਮਈ 1987। ਠੀਕ ਹੈ ਜੀ, 1987 ਇਸ ਦਾ ਬਿਲਕੁਲ ਰਾਈਟ ਆਂਸਰ ਹੋ ਜਾਏਗਾ। 23 ਮਈ 1987 ਗੋਆ ਹੋਇਆ ਸੀਗਾ ਜੀ ਪੂਰਨ ਰਾਜ। ਠੀਕ ਹੈ ਜੀ, ਸੋ ਇਹ ਦਰਜਾ ਮਿਲਿਆ ਸੀਗਾ ਇਸ ਨੂੰ ਗੋਆ ਨੂੰ। ਸੋ ਇਹ ਵੀ ਧਿਆਨ 'ਚ ਰੱਖਿਓ। ਚੱਲਦੇ ਆ ਜੀ ਅਗਲੇ ਕੁਐਸਚਨ ਦੇ ਵੱਲ। ਉਸ ਤੋਂ ਬਾਅਦ ਆਪਣਾ ਕੁਐਸਚਨ ਹੈ ਜੀ ਤੇਲੰਗਾਨਾ ਭਾਰਤ ਦਾ ਨਵਾਂ ਰਾਜ ਕਦੋਂ ਬਣਿਆ ਸੀ? ਤੇਲੰਗਾਨਾ ਦੀ ਗੱਲ ਕਰ ਰਹੇ ਹਾਂ ਜੀ। ਸੋ ਇਹ ਬਣਿਆ ਸੀਗਾ ਜੀ ਆਪਣਾ 2 ਜੂਨ 2014 ਦੇ ਵਿੱਚ। ਠੀਕ ਹੈ ਜੀ, ਪੂਰੀ ਡੇਟ ਦੱਸ ਰਹੇ ਹਾਂ ਕਿਉਂਕਿ ਤੁਹਾਨੂੰ ਦੱਸਿਆ ਹੈ ਕਿ ਐਗਜ਼ਾਮਰ ਜੋ ਪੂਰੀ ਡੇਟ ਵੀ ਕਈ ਵਾਰ ਪੁੱਟਅਪ ਕਰ ਲੈਂਦਾ ਐਗਜ਼ਾਮ ਦੇ ਵਿੱਚ। ਤਾਂ 2 ਜੂਨ 2014 ਦੇ ਵਿੱਚ ਤੇਲੰਗਾਨਾ ਭਾਰਤ ਦਾ ਜੋ ਹੈ ਨਵਾਂ ਰਾਜ ਬਣਾਇਆ ਗਿਆ ਸੀਗਾ। ਠੀਕ ਹੈ ਜੀ, ਸੋ ਇਹ ਵੀ ਧਿਆਨ 'ਚ ਰੱਖਿਓ। ਚੱਲਦੇ ਜੀ ਆਪਾਂ ਅਗਲੇ ਕੁਐਸਚਨ ਦੇ ਵੱਲ। ਉਸ ਤੋਂ ਗ੍ਰਾਮ ਪੰਚਾਇਤ ਦਾ ਸੰਗਠਨ ਕਿਹੜੇ ਅਨੁਛੇਦ ਦੇ ਅੰਤਰਗਤ ਆਉਂਦਾ ਹੈ? ਗ੍ਰਾਮ ਪੰਚਾਇਤ ਦੀ ਜੇ ਆਪਾਂ ਗੱਲ ਕਰੀਏ। ਠੀਕ ਹੈ ਜੀ, ਸੋ ਗ੍ਰਾਮ ਪੰਚਾਇਤ ਦੀ ਗੱਲ ਕਰੀਏ ਤਾਂ ਇਹ ਆਉਂਦਾ ਜੀ ਅਨੁਛੇਦ 40 ਦੇ ਵਿੱਚ। ਇਹ ਦਾ ਬਿਲਕੁਲ ਰਾਈਟ ਆਂਸਰ ਹੋ ਜਾਏਗਾ। ਗ੍ਰਾਮ ਪੰਚਾਇਤ ਦਾ ਸੰਗਠਨ ਜੋ ਆਉਂਦਾ ਹੈ ਕਿਹੜੇ ਅਨੁਛੇਦ ਵਿੱਚ ਆਉਂਦਾ? ਤਾਂ ਅਨੁਛੇਦ 40 ਦੇ ਵਿੱਚ ਆਉਂਦਾ ਜੀ। ਇਹ ਵੀ ਧਿਆਨ ਰੱਖਿਓ, ਕੁਐਸਚਨ ਇੰਪੋਰਟੈਂਟ ਹੈ। ਚੱਲਦੇ ਹਾਂ ਅਗਲੀ ਕੁਐਸਚਨ ਦੇ ਵੱਲ। ਉਸ ਦੇ ਭਾਰਤੀ ਸੰਵਿਧਾਨ ਦੇ ਕਿਹੜੇ ਅਨੁਛੇਦ ਦੇ ਤਹਿਤ ਰਾਸ਼ਟਰਪਤੀ ਉਪ ਮਹਾਦੋਸ਼ ਲਗਾਇਆ ਜਾਂਦਾ ਹੈ? ਠੀਕ ਹੈ, ਰਾਸ਼ਟਰਪਤੀ 'ਤੇ ਠੀਕ ਹੈ ਜੀ ਜੋ ਹੈ ਉਪ ਜੋ ਹੁੰਦਾ ਮਹਾਦੋਸ਼ ਉਹ ਲਗਾਇਆ ਜਾਂਦਾ ਹੈ। ਕਿਹੜੇ ਅਨੁਛੇਦ ਵਿੱਚ? ਭਾਰਤੀ ਅਨੁਛੇਦ ਦੀ ਗੱਲ ਕਰ ਰਹੇ ਹਾਂ। ਸੋ ਇਹ ਹੁੰਦਾ ਜੀ ਅਨੁਛੇਦ 61 ਦੇ ਵਿੱਚ। ਹਾਂਜੀ, ਅਨੁਛੇਦ 61 ਦੇ ਤਹਿਤ ਆਪਾਂ ਕੀ ਕਰ ਸਕਦੇ ਹਾਂ? ਠੀਕ ਹੈ, ਭਾਰਤ ਸੰਵਿਧਾਨ ਦੇ ਅਨੁਛੇਦ 61 ਦੇ ਤਹਿਤ ਰਾਸ਼ਟਰਪਤੀ ਨੂੰ ਉਪ ਮਹਾਦੋਸ਼ ਲਗਾਇਆ ਜਾ ਸਕਦਾ ਹੈ। ਠੀਕ ਹੈ ਜੀ, ਸੋ ਇਹ ਵੀ ਕੁਐਸਚਨ ਬਹੁਤ ਇੰਪੋਰਟੈਂਟ, ਧਿਆਨ 'ਚ ਰੱਖਿਓ। ਸੋ ਇਹ ਸੀ ਅੱਜ ਦੀ ਜਾਣਕਾਰੀ। ਹੋਪ ਕਰਦੇ ਹਾਂ ਤੁਹਾਨੂੰ ਅੱਜ ਦੀ ਜਾਣਕਾਰੀ ਬਹੁਤ ਹੀ ਵਧੀਆ ਲੱਗੀ ਹੋਏਗੀ। ਜੇਕਰ ਜਾਣਕਾਰੀ ਵਧੀਆ ਲੱਗੀ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ, ਲਾਈਕ ਕਰਿਓ ਆਪਣੇ ਫਰੈਂਡ ਸਰਕਲ ਦੇ ਵਿੱਚ। ਅਤੇ ਚੈਨਲ ਨੂੰ ਵੀ ਹਾਲੇ ਤੱਕ ਵੀ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਜ਼ਰੂਰ ਸਬਸਕ੍ਰਾਈਬ ਕਰਿਓ, ਕਿਉਂਕਿ ਅੱਗੇ ਵੀ ਬਹੁਤ ਇੰਪੋਰਟੈਂਟ ਟੌਪਿਕ ਤੁਹਾਡੇ ਵਾਸਤੇ ਆਪਾਂ ਲੈ ਕੇ ਆਉਣੇ ਆ ਤਾਂ ਉਹਨਾਂ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਪ੍ਰੋਵਾਈਡ ਹੋ ਸਕੇ। ਠੀਕ ਹੈ ਜੀ, ਅਤੇ ਹੋਰ ਜਾਣਕਾਰੀ ਸਾਡੇ ਟੈਲੀਗ੍ਰਾਮ ਗਰੁੱਪ ਨੂੰ ਵੀ ਜ਼ਰੂਰ ਜੁਆਇਨ ਕਰਿਓ, ਜਿਸ ਦਾ ਲਿੰਕ ਡਿਸਕ੍ਰਿਪਸ਼ਨ 'ਚ। ਉੱਥੇ ਵੀ ਤੁਹਾਨੂੰ ਟਾਈਮ ਟੂ ਟਾਈਮ ਪ੍ਰੋਵਾਈਡ ਆਪਾਂ ਕਰਵਾਉਂਦੇ ਨੇ ਜਾਣਕਾਰੀ, ਜੋ ਵੀ ਇੰਪੋਰਟੈਂਟ ਹੁੰਦੀ ਹੈ ਮਟੀਰੀਅਲ ਵੀ ਉੱਥੇ ਪ੍ਰੋਵਾਈਡ ਕਰਵਾਉਣੇ ਤੁਹਾਨੂੰ ਆਪਾਂ। ਠੀਕ ਹੈ, ਸੋ ਮਿਲਦੇ ਹਾਂ ਜੀ ਇਹਦੇ ਦੀ ਇੱਕ ਹੋਰ ਨਵੀਂ ਵੀਡੀਓ। ਉਦੋਂ ਤੱਕ ਲਈ ਰੱਬ ਰਾਖਾ।